कैथोलिक कलीसिया की मसीही तालीम क्या है, जानेंगे इनको और भी करीब से। हमारा खास कार्यक्रम कैटेकिज्म ऑफ द कैथोलिक चर्च में। जय यीशु की अवश्य प्रार्थना करिए। प्यारे प्रभु जी, इसे तेरा धन्नवाद शुक्र करते हाँ। प्रार्थना भवन टीवी ਦੇ ਰਾਹੀਂ जो विश्वास तू ਸਾਨੂੰ ਦਿੱਤਾ ਹੈ ਉਹਦੇ ਬਾਰੇ ਵਿਚਾਰ ਕਰਨ ਦੇ ਲਈ, ਉਸ ਦੇ ਵਿੱਚ ਮਜ਼ਬੂਤ ਹੋ ਕੇ तेरी महिमा ਕਰਨ ਦੇ ਲਈ ਤੂੰ ਸਾਨੂੰ ਮੌਕਾ ਦਿੰਦਾ ਹੈ। प्यारे प्रभु जी, ये वचन सुनन वाले ਅਤੇ ਇਸ ਤਰ੍ਹਾਂ ਹੀ ਤੂੰ ਜਿਨ੍ਹਾਂ ਲੋਕਾਂ ਨੂੰ ਵੀ ਛੂਣਾ ਚਾਹੁੰਦਾ ਹੈ, ਆਸ਼ੀਸ਼ ਦੇਣਾ ਚਾਹੁੰਦਾ ਹੈ, ਰੋਸ਼ਨੀ ਪ੍ਰਦਾਨ ਕਰਨਾ ਚਾਹੁੰਦਾ ਹੈ, ਉਹਨਾਂ ਸਭ ਨੂੰ ਸੌਂਪਦੇ ਹਾਂ। ਅਤੇ ਅੱਜ ਦੇ ਦਿਨ ਅਤੇ ਬਾਅਦ ਵਿੱਚ ਵੀ ਜਿਸ ਕਿਸੇ ਨੇ ਵੀ ਇਸ ਨੂੰ ਸੁਣਨਾ ਹੈ, ਇਸ ਦਾ ਫਾਇਦਾ ਉਠਾਉਣਾ ਹੈ, ਉਹਨਾਂ ਸਭ ਨੂੰ ਤੇਰੇ ਆਨੰਦ ਦਇਆ ਦੇ ਲਈ ਸੌਂਪਦੇ ਹਾਂ। ਆਪਣੇ ਪਵਿੱਤਰ ਆਤਮਾ ਦੇ ਨਾਲ ਅਭਿਸ਼ੇਕ ਕਰਕੇ ਤੇਰੀ ਮਰਜ਼ੀ, ਤੇਰੀ ਰਾਹ ਉਤੇ ਚੱਲਣ ਦੀ ਕਿਰਪਾ ਸਾਨੂੰ ਸਭ ਨੂੰ ਪ੍ਰਦਾਨ ਕਰ। ਜੋ ਵਚਨ ਬੋਲਦਾ ਹੈ ਪ੍ਰਭੂ ਜੀ, ਸੱਚਮੇ ਤੇਰੀ ਹੀ ਵਚਨ ਹੋਵੇ ਤੇ ਇਨਸਾਨ ਦੀ ਕਮਜ਼ੋਰੀ ਨਾ ਸਮਝ ਗਈ, ਇਹਦੇ ਵਿੱਚ ਰੁਕਾਵਟ ਨਾ ਆਵੇ, ਕਿਉਂਕਿ ਪਵਿੱਤਰ ਆਤਮਾ ਜਦੋਂ ਇਨਸਾਨ ਨੂੰ ਇਸਤੇਮਾਲ ਕਰਦਾ ਹੈ, ਸਾਡੀ ਕਮਜ਼ੋਰੀ ਨਹੀਂ, ਤੇਰੀ ਸ਼ਕਤੀ ਪ੍ਰਗਟ ਹੁੰਦਾ ਹੈ ਸਾਡੀ ਕਮਜ਼ੋਰੀ ਵਿੱਚ। ਜਿਸ ਤਰ੍ਹਾਂ ਸੰਤ ਪੌਲਸ ਕਹਿੰਦਾ, ਖੁਦਾ ਦੀ ਸ਼ਕਤੀ ਪ੍ਰਗਟ ਹੁੰਦਾ ਹੈ। ਪ੍ਰਭੂ ਜੀ, ਅਸੀਂ ਧੰਨਵਾਦ ਤੇ ਸ਼ੁਕਰ ਕਰਦੇ ਹਾਂ ਅਤੇ ਆਪਣੀ ਰੋਸ਼ਨੀ ਨਾਲ ਸਾਨੂੰ ਭਰਪੂਰ ਕਰ, ਤਾਂ ਕਿ ਅਸੀਂ ਤੇਰੀ ਮਰਜ਼ੀ ਦੀ ਪਾਲਣਾ ਕਰ ਸਕੀਏ। ਅਸੀਂ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਅਸੀਂ ਵਿੱਚ ਪਿਆਰਿਓ, ਅਸੀਂ ਸ੍ਰਿਸ਼ਟੀ ਦੇ ਬਾਰੇ ਖੁਦਾ ਨੇ ਜਿਹੜੀਆਂ ਚੀਜ਼ਾਂ ਨੂੰ ਬਣਾਇਆ, ਪਿਛਲੇ ਜੋ ਐਪੀਸੋਡ ਹੈ ਉਹਦੇ ਵਿੱਚ ਅਸੀਂ ਇਹ ਵੇਖਿਆ ਸੀ ਕਿ ਖੁਦਾ ਨੇ ਸਭ ਕੁਛ ਨੂੰ, ਕੈਟੇਕਿਜ਼ਮ ਆਫ ਦ ਕੈਥੋਲਿਕ ਚਰਚ, ਡਿਵਾਈਨ ਪ੍ਰੋਵੀਡੈਂਸ, ਖੁਦਾ ਕਿਸ ਤਰੀਕੇ ਦੇ ਨਾਲ ਸ੍ਰਿਸ਼ਟੀ ਨੂੰ ਸੰਭਾਲਦਾ ਹੈ। ਸ੍ਰਿਸ਼ਟੀ ਰਚਨਹਾਰ ਖੁਦਾ ਨੇ ਉਸ ਨੂੰ ਕਿਸ ਮਕਸਦ ਨਾਲ ਬਣਾਇਆ, ਕਿਸ ਤਰ੍ਹਾਂ ਉਸ ਨੂੰ ਅਕੇਲੇ ਚੱਲਦਾ ਹੈ, ਅਤੇ ਇਨਸਾਨ ਨੂੰ ਵੀ ਖੁਦਾ ਨੇ ਜੋ ਬਣਾਇਆ ਉਸ ਮਕਸਦ ਲਈ ਕਿ ਉਹ ਖੁਦਾ ਨੂੰ ਜਾਣਨ, ਖੁਦਾ ਦੀ ਮਹਿਮਾ ਦੇ ਹਿੱਸੇਦਾਰ ਹੋਣ। ਇਸ ਮਕਸਦ ਨਾਲ ਬਣਾਏ ਹੋਏ ਖੁਦਾ ਇਨਸਾਨ ਨੂੰ ਸੰਭਾਲਦਾ ਹੈ ਅਤੇ ਜੋ ਉਹਨਾਂ ਨੂੰ ਜ਼ਰੂਰਤ ਹੈ ਉਹ ਦੇਣ ਲਈ ਤਿਆਰ ਹੈ। ਇਸ ਉਦੇਸ਼ ਪੂਰਾ ਕਰਨਾ ਹੀ ਇਨਸਾਨ ਦੇ ਲਈ ਸ਼ੋਭਾ ਹੈ। ਸਿਰਫ ਇਨਸਾਨ ਦੇ ਲਈ ਨਹੀਂ, ਸਾਰੀ ਸ੍ਰਿਸ਼ਟੀ ਖੁਦਾ ਦੀ ਮਹਿਮਾ ਦੀ ਪ੍ਰਗਟਾਵਾ ਹੈ। ਖੁਦਾ ਦੀ ਗਿਆਨ, ਸ਼ਕਤੀ, ਇਹ ਸਭ ਸ੍ਰਿਸ਼ਟੀ ਦੇ ਵਿੱਚ ਪ੍ਰਗਟ ਹੁੰਦਾ ਹੈ। ਪਰ ਇਹਨਾਂ ਸਭ ਨੂੰ ਦੇਖੇ ਉਸ ਦੀ ਮਹਿਮਾ ਕਰਨਾ, ਰਚਨਹਾਰ ਖੁਦਾ ਦੀ ਮਹਿਮਾ ਕਰਨਾ, ਇਹ ਸਾਡੇ ਲਈ ਲਾਭਦਾਇਕ ਹੈ, ਸ਼ੋਭਾ ਹੈ, ਕਿਉਂਕਿ ਅਸੀਂ ਉਸ ਦੇ ਰਾਹੀਂ ਪ੍ਰਭੂ ਤੋਂ ਆਸ਼ੀਸ਼ ਪਾਵਾਂਗੇ। ਜੇਕਰ ਖੁਦਾ ਸਾਨੂੰ ਇਸ ਤਰੀਕੇ ਦੇ ਨਾਲ ਸੰਭਾਲਦਾ ਹੈ ਅਤੇ ਸਾਡੇ ਲਈ ਪ੍ਰੋਵੀਡੈਂਸ ਦੇ ਰਾਹੀਂ, ਯਾਨੀ ਖੁਦਾ ਸੰਭਾਲਦਾ ਹੈ ਹਰ ਚੀਜ਼ ਨੂੰ, ਰਚਨਹਾਰ ਖੁਦਾ ਸੰਭਾਲਦਾ ਹੈ ਅਤੇ ਉਸ ਨੂੰ ਖੁਦਾ ਦੀ ਯੋਜਨਾ ਕੀ ਤਰਫ ਲੈ ਕੇ ਜਾਂਦਾ ਹੈ। ਮਤਲਬ ਕੀ ਹੈ, ਜੋ ਕੁਛ ਵੀ ਹੁੰਦਾ ਹੈ ਉਸ ਦੇ ਰਾਹੀਂ ਖੁਦਾ ਆਪਣੀ ਮਹਿਮਾ ਦਾ ਪ੍ਰਗਟਾਵਾ ਕਰ ਸਕਦਾ ਹੈ। ਤਾਂ ਫਿਰ ਸਵਾਲ ਇਹ ਆਉਂਦਾ ਹੈ ਕਿ ਦੁਨੀਆ ਦੇ ਵਿੱਚ ਖੁਦਾ ਨੇ ਸਭ ਕੁਝ ਬਣਾਇਆ, ਚੰਗਾ ਬਣਾਇਆ ਹੈ, ਤਾਂ ਫਿਰ ਇਹ ਬੁਰਾਈ ਕਿੱਥੋਂ ਆਇਆ ਹੈ? ਇਹ ਬੁਰਾਈ ਕਿਉਂ ਹੈ? ਇਸ ਦਾ ਕੀ ਮਤਲਬ ਹੈ? ਕਿਸ ਤਰੀਕੇ ਦੇ ਨਾਲ ਅਸੀਂ ਇਹਨੂੰ ਸਮਝ ਸਕਦੇ ਹਾਂ? ਕਿਉਂ ਇਹ ਬੁਰਾਈ ਇਹ ਸੰਸਾਰ ਦੇ ਵਿੱਚ ਹੈ, ਇਨਸਾਨ ਦੇ ਵਿੱਚ ਹੈ? ਅਸੀਂ ਇੱਕ ਗੱਲ ਸਮਝਣਾ ਹੈ, ਪ੍ਰਭੂ ਖੁਦਾ ਨੇ ਕੋਈ ਚੀਜ਼ ਨੂੰ ਬੁਰਾ ਨਹੀਂ ਬਣਾਇਆ ਹੈ। ਪਰ ਜਦੋਂ ਸ੍ਰਿਸ਼ਟੀ ਦੇ ਬਾਰੇ ਅਸੀਂ ਵੇਖਦਾ ਹੈ, ਅਸੀਂ ਇਹ ਕਹਿੰਦੇ ਹਾਂ ਪ੍ਰਭੂ ਨੇ ਸਾਡੇ ਤੇ ਪ੍ਰਗਟ ਕੀਤਾ ਹੈ ਕਿ ਖੁਦਾ ਨੇ ਆਪਣੇ ਸਰੂਪ ਤੇ ਇਨਸਾਨ ਨੂੰ ਬਣਾਇਆ। ਇਸੇ ਤਰ੍ਹਾਂ ਰੂਹਾਂ ਨੂੰ, ਫਰਿਸ਼ਤਿਆਂ ਨੂੰ ਖੁਦਾ ਨੇ ਆਪਣੇ ਸਰੂਪ ਤੇ, ਮਤਲਬ
ਉਹਨਾਂ ਨੂੰ ਆਤਮਾ ਬਣਾਇਆ ਤੇ ਇਨਸਾਨ ਨੂੰ ਆਤਮਾ ਅਤੇ ਸਰੀਰ ਦੇ ਨਾਲ ਜੋੜ ਕੇ ਬਣਾਇਆ ਹੈ। ਤੇ ਜੋ ਫਰਿਸ਼ਤੇ ਹੈ ਉਹ ਵੀ ਆਪਣੇ ਬੁੱਧੀ ਸੋਚਣ ਦੀ ਜੋ ਸ਼ਕਤੀ ਹੈ ਉਹਨਾਂ ਦੇ ਕੋਲ ਵੀ ਹੈ, ਸਮਝਣ ਦੀ ਸ਼ਕਤੀ ਉਹਨਾਂ ਦੇ ਕੋਲ ਹੈ, ਉਹ ਪਰਫੈਕਟ ਹੈ। ਦਾ ਮਤਲਬ ਉਹਨਾਂ ਨੂੰ ਹਰ ਗੱਲ ਪੂਰੀ ਤਰ੍ਹਾਂ ਉਹਨਾਂ ਨੂੰ ਪਤਾ ਲੱਗਦਾ ਹੈ। ਉਹਨਾਂ ਦੀ ਆਪਣੀ ਮਰਜ਼ੀ ਹੈ ਅਤੇ ਆਪਣੀ ਆਜ਼ਾਦੀ ਹੈ। ਆਪਣੇ ਆਜ਼ਾਦ ਮਰਜ਼ੀ ਦੇ ਨਾਲ ਪ੍ਰਭੂ ਖੁਦਾ ਨੂੰ ਮੰਨਣਾ, ਪਿਆਰ ਕਰਨਾ, ਉਸ ਦੀ ਮਹਿਮਾ ਕਰਨਾ, ਜਾਂ ਜਿਸ ਖੁਦਾ ਨੇ ਬਣਾਇਆ ਹੈ ਉਸ ਦੇ ਖਿਲਾਫ ਹੋਣਾ, ਉਸ ਦੀ ਆਪਣੀ ਮਰਜ਼ੀ ਹੈ। ਆਜ਼ਾਦੀ ਦਾ ਮਤਲਬ ਇਹ ਹੈ। ਅਤੇ ਅਸਲ ਵਿੱਚ ਫਰਿਸ਼ਤਿਆਂ ਦੇ ਵਿੱਚ ਕੁਛ ਖੁਦਾ ਨੂੰ ਮਹਿਮਾ ਦੇਣ ਦੀ ਜਗ੍ਹਾ ਆਪਣੇ ਆਪ ਨੂੰ ਖੁਦਾ ਦੀ ਜਗ੍ਹਾ ਵਿੱਚ ਰੱਖ ਕੇ ਆਪਣੀ ਮਹਿਮਾ ਕਰਨਾ ਚਾਹਾ। ਇਸੇ ਕਰਕੇ ਉਹ ਬੁਰਾ ਬਣ ਗਿਆ, ਕਿਉਂਕਿ ਖੁਦਾ ਹੀ ਭਲਾ ਹੈ। ਖੁਦਾ ਤੋਂ ਇਲਾਵਾ ਕੋਈ ਭਲਾਈ ਨਹੀਂ ਹੈ। ਜੋ ਖੁਦਾ ਨੂੰ ਤਿਰਸਕਾਰ ਕਰਦਾ ਹੈ ਉਹ ਆਪਣੇ ਆਪ ਨੂੰ ਬੁਰਾ ਬਣਾਉਂਦਾ ਹੈ। ਇਸੇ ਕਰਕੇ ਸ਼ੈਤਾਨ, ਲੂਸੀਫਰ, ਇਹ ਜੋ ਅਸੀਂ ਕਹਿੰਦਾ ਹੈ, ਡੈਵਲ ਜੋ ਕਹਿੰਦਾ ਹੈ, ਉਹ ਸਭ ਤੋਂ ਸੁੰਦਰ ਸੀ। ਫਰਿਸ਼ਤਿਆਂ ਦੇ ਵਿੱਚ ਉਹ ਸਭ ਤੋਂ ਸੁੰਦਰ ਸੀ। ਪਰ ਜਦੋਂ ਉਸਨੇ ਖੁਦਾ ਨੂੰ ਤਿਰਸਕਾਰ ਕੀਤਾ ਹੈ, ਆਪਣੀ ਆਜ਼ਾਦ ਮਰਜ਼ੀ ਦੇ ਨਾਲ ਅਤੇ ਆਪਣੇ ਆਪ ਨੂੰ ਖੁਦਾ ਦੀ ਜਗ੍ਹਾ ਰੱਖਣਾ ਚਾਹਾ, ਉਹ ਆਪਣੇ ਆਪ ਨੂੰ ਵਿਰੂਪ ਬਣਾਇਆ, ਸਭ ਤੋਂ ਸੁੰਦਰ, ਸਭ ਤੋਂ ਬੁਰਾ ਬਣ ਗਿਆ ਹੈ। ਇਸੇ ਕਰਕੇ ਸ਼ੈਤਾਨ ਜੋ ਹੈ ਸਭ ਤੋਂ ਬੁਰਾ ਹੈ। ਇਸੇ ਕਰਕੇ ਕਹਿੰਦਾ ਉਹਦੇ ਵਿੱਚ ਚਾਨਣ ਹੈ ਨਹੀਂ ਹੈ, ਉਹ ਤੋਂ ਘੋਰ ਅੰਧਕਾਰ ਦੇ ਵਿੱਚ ਉਹ ਰਹਿੰਦਾ ਹੈ, ਜਦਕਿ ਖੁਦਾ ਰੋਸ਼ਨੀ ਵਿੱਚ ਰਹਿੰਦਾ ਹੈ। ਤੇ ਇਨਸਾਨ ਕੀ ਤਰਫ ਆਈਏ। ਇਨਸਾਨ ਨੂੰ ਖੁਦਾ ਨੇ ਆਪਣੇ ਸਰੂਪ ਤੇ ਬਣਾਇਆ, ਮਾਂਸ ਅਤੇ ਖੂਨ ਦੇ ਨਾਲ ਇਨਸਾਨ ਨੂੰ ਬਣਾਇਆ ਹੈ। ਸਰੀਰ ਅਤੇ ਆਤਮਾ ਉਹਨਾਂ ਦੇ ਵਿੱਚ ਹੈ। ਇਸ ਆਤਮਾ ਇਨਸਾਨ ਦੇ ਵਿੱਚ ਰਹਿ ਕੇ ਇਨਸਾਨ ਨੂੰ ਵੀ ਖੁਦਾ ਆਪਣੀ ਮਹਿਮਾ ਦੇ ਲਈ ਬਣਾਇਆ। ਤੋ ਇਨਸਾਨ ਨੂੰ ਵੀ ਆਪਣੀ ਆਜ਼ਾਦ ਮਰਜ਼ੀ ਦਿੱਤਾ ਹੈ। ਇਸ ਮਰਜ਼ੀ ਦੇ ਕਾਰਨ ਇਨਸਾਨ ਵੀ खुदा की तरफ जा सकता है या खुदा तो दूर जा सकता है। जो खुदा की तरफ आगे बढ़ेगा, खुदा दी रोशनी नाल भरपूर होके वो आनंद महिमा दे भागीदार होंगे। जो उस खुदा तो दूर होते रहता है, हौली हौली वो घोर अंधकार में फस जाएगा ਤੇ ਆਖਰ ਵਿੱਚ ਉਹਨਾਂ ਦੇ ਵਿੱਚ ਵੀ ਕੋਈ ਚਾਨਣ ਨਹੀਂ ਰਹੇਗਾ। ਸ਼ੈਤਾਨ ਨੇ ਚਲਾਕੀ ਦੇ ਨਾਲ ਬਾਬਾ ਆਦਮ ਅਤੇ ਹਵਾ ਨੂੰ ਖੁਦਾ ਦੀ ਆਗਿਆ ਦੀ ਉਲੰਘਣਾ ਕਰਕੇ ਬੁਰਾਈ ਕਰਨ ਦੇ ਲਈ ਪ੍ਰੇਰਣਾ ਦਿੱਤਾ। ਅਤੇ ਸਿਰਫ ਆਦਮ ਅਤੇ ਹਵਾ ਨੂੰ ਨਹੀਂ, ਉਹ ਹਰ ਇਨਸਾਨ ਨੂੰ, ਸਾਰੇ ਸ੍ਰਿਸ਼ਟੀ ਨੂੰ ਖੁਦਾ ਤੋਂ ਅਲੱਗ ਕਰਕੇ ਆਪਣੇ ਕਬਜ਼ੇ ਵਿੱਚ ਰੱਖਣਾ ਚਾਹੁੰਦਾ ਹੈ। ਇਸੇ ਕਰਕੇ ਬੁਰਾਈ ਹਮੇਸ਼ਾ ਗਰਜਨ ਵਾਲੀ ਸ਼ੇਰ ਦੀ ਤਰ੍ਹਾਂ ਘੁੰਮਦੇ ਰਹਿੰਦਾ ਹੈ। ਹਰ ਜਗ੍ਹਾ ਕਿਸ ਨੂੰ ਖਾਓ, ਕਿਸ ਨੂੰ ਪਾੜੋ, ਖੁਦਾ ਤੋਂ ਕਿਸ ਨੂੰ ਅਲੱਗ ਕਰ ਸਕਦਾ ਹੈ। ਇਸ ਲਈ ਕਿਉਂਕਿ ਉਹਨਾਂ ਦੇ ਕੋਲ ਤਾਕਤ ਹੈ, ਉਹ ਅਲੱਗ-ਅਲੱਗ ਤਰੀਕੇ ਦੇ ਨਾਲ ਇਨਸਾਨ ਨੂੰ ਖੁਦਾ ਤੋਂ, ਜੀਉਂਦਾ ਪਰਮੇਸ਼ਰ ਤੋਂ ਅਲੱਗ ਕਰਨ ਦੇ ਲਈ ਕੋਸ਼ਿਸ਼ ਕਰਦਾ ਹੈ। ਤੇ ਇਨਸਾਨ ਜਦੋਂ ਦੇਖੇਗਾ, ਅਸੀਂ ਜਦੋਂ ਅਭੀ ਦੇਖੇਗਾ ਤਾਂ ਅਸੀਂ ਦੇਖਦੇ ਹਾਂ ਕਿ ਹਾਂ ਕੁਝ ਲੋਕ ਨੇਕ ਭਲਾ ਕਰਕੇ ਖੁਦਾ ਨੂੰ ਮੰਨ ਕੇ ਖੁਦਾ ਦੇ ਰਾਸਤੇ ਤੇ ਚੱਲਦਾ ਹੈ। ਪਰ ਕੁਝ ਲੋਕ ਹੈ ਬੁਰਾਈ ਕਰਦਾ ਹੈ, ਬੁਰਾ ਕੰਮ ਕਰਦਾ ਹੈ, ਲੜਾਈ ਝਗੜਾ, ਮੂੰਹ 'ਚ ਨਿਕਲਣ ਵਾਲੇ ਸ਼ਬਦ ਅਪਸ਼ਬਦ, ਈਰਖਾ, ਨਿੰਦਾ, ਖੁਦਾ ਦੀ ਨਿੰਦਾ, ਇਨਸਾਨ ਦੀ ਨਿਰਾਦਰ, ਮਾਤਾ ਪਿਤਾ ਦੀ ਆਦਰ ਨਹੀਂ ਕਰਦਾ ਹੈ, ਨਸ਼ੇ ਦੇ ਵਿੱਚ ਇੱਕ ਦੂਸਰੇ ਨੂੰ ਮਾਰ ਡਾਲਦਾ ਹੈ, ਆਪਣਾ ਹੀ ਨੁਕਸਾਨ ਦੂਸਰਿਆਂ ਦੇ ਵੀ ਨੁਕਸਾਨ ਕਰਦਾ ਹੈ। ਇਹ ਕਿਉਂ ਹੁੰਦਾ ਹੈ? ਇਸ ਲਈ ਹੁੰਦਾ ਹੈ ਕਿਉਂਕਿ ਬੁਰਾਈ ਉਸ ਨੂੰ ਕਾਬੂ ਕੀਤਾ ਹੈ। ਪਰ ਕੈਸੇ ਕਾਬੂ ਕੀਤਾ ਹੈ? ਇਸੇ ਤਰ੍ਹਾਂ ਕਾਬੂ ਕੀਤਾ, ਖੁਦਾ ਨੇ ਸਾਨੂੰ ਆਪਣੀ ਆਜ਼ਾਦ ਮਰਜ਼ੀ ਦਿੱਤਾ ਹੈ। ਇਸੇ ਕਰਕੇ ਪਵਿੱਤਰ ਵਚਨ ਕਹੇਗਾ, ਜੇਕਰ ਤੂੰ ਚਾਹੇਗਾ ਤੂੰ ਖੁਦਾ ਦੀ ਆਗਿਆ ਦੇ ਮੁਤਾबिक ਚੱਲ ਸਕਦਾ ਹੈ। ਇਹ ਤੇਰੀ ਮਰਜ਼ੀ ਤੇ ਨਿਰਭਰ ਹੈ। ਤੂੰ ਮਨ ਬਣਾਏਗਾ ਤਾਂ ਸਹੀ ਚੱਲ ਸਕਦਾ ਹੈ, ਪਰ ਜੇਕਰ ਤੂੰ ਮਨ ਹੀ ਨਹੀਂ ਬਣਾਏਗਾ, ਤੂੰ ਹਵਾ ਦੇ ਵਿੱਚ ਉੱਡਣ ਵਾਲੀ ਤਰ੍ਹਾਂ ਇਸ ਤਰ੍ਹਾਂ ਘੁੰਮਦੇ ਰਹੇਗਾ, तो फिर हो सकता है कि खुदा तो दूर चले जाएगा। हौली हौली बुराई, अंधकार बुराई। तो ये दो तरह की बुराई है। एक है शारीरिक बुराई, जिहदे विच असीं कहेगा कि हाँ कि कोई लंगड़ा पैदा होया है
ਕਿ ਨੇ ਐਕਸੀਡੈਂਟ ਦੇ ਵਿੱਚ ਉਹਨਾਂ ਨੂੰ ਉਹ ਸਰੀਰ ਨੂੰ ਹੁਣ ਕੰਮ ਨਹੀਂ ਕਰਦਾ ਹੈ। ਅਤੇ ਇਸ ਤਰੀਕੇ ਦੇ ਨਾਲ ਕਈ ਕਿਸਮ ਦੀ ਸਰੀਰਿਕ ਬਿਮਾਰੀ ਨੂੰ ਅਸੀਂ ਦੇਖਦੇ ਹਾਂ, ਕਮੀ ਨੂੰ ਦੇਖਦੇ ਹਾਂ। ਅਤੇ ਇਹ ਸਭ ਕੁਝ ਇਸ ਸੰਸਾਰ ਦੇ ਵਿੱਚ ਆਇਆ ਕਿਸ ਤਰ੍ਹਾਂ ਹੈ? ਬੋਲੇਗਾ ਕਿ ਬਾਬਾ ਆਦਮ ਅਤੇ ਮਾਈ ਹਵਾ ਦੇ ਪਾਪ ਦੇ ਕਾਰਨ ਮੌਤ ਅਤੇ ਬਿਮਾਰੀਆਂ ਸਭ ਇਸ ਸੰਸਾਰ ਦੇ ਵਿੱਚ ਆਏ। ਅਤੇ ਅਸੀਂ ਇਹ ਵੀ ਸਮਝਣਾ ਹੈ ਕਿ ਇਹ ਜੋ ਬੁਰਾਈ ਉਹਨਾਂ ਨੇ ਕੀਤਾ, ਪੀੜ੍ਹੀਓਂ ਪੀੜ੍ਹੀ ਇਨਸਾਨ ਬੁਰਾਈ ਕਰਤੇ ਆਇਆ ਹੈ, ਬੁਰਾਈ ਨੂੰ ਹੋਰ ਜ਼ਿਆਦਾ ਕਰਤਾ ਹੈ। ਇੱਥੋਂ ਤੱਕ ਕਿ ਉਤਪੱਤੀ ਦੇ 6 ਬਾਬ ਦੇ ਵਿੱਚ ਜਦੋਂ ਪਹੁੰਚੇਗਾ, ਖੁਦਾ ਨੇ ਪਛਤਾਇਆ ਕਿ ਇਨਸਾਨ ਨੂੰ ਮੈਂ ਕਿਉਂ ਬਣਾਇਆ, ਕਿਉਂਕਿ ਭਲਾ ਕੋਈ ਨਹੀਂ ਦਿਖਾਈ ਦਿੱਤਾ, ਸਾਰੇ ਕੇ ਸਾਰੇ ਬੁਰਾਈ ਕਰਨ ਵਾਲੇ, ਕੋਈ ਭਲਾ ਹੀ ਨਹੀਂ। ਖੁਦਾ ਲੱਭਿਆ ਕਿ ਨੂਹ ਅਤੇ ਉਹਨਾਂ ਦੇ ਪਰਿਵਾਰ ਨੂੰ ਬਚਾਉਣਾ ਚਾਹਾ, ਕਿਉਂਕਿ ਉਹ ਖੁਦਾ ਦੇ ਸਾਹਮਣੇ ਨੇਕ ਸੀ। ਬਾਕੀ ਬੁਰਾਈ ਦੇ ਨਾਲ ਭਰੀਆ ਲੋਕਾਂ ਨੂੰ ਰਹਿਣ ਦਾ, ਜੀਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਖੁਦਾ ਕੀ ਤਰਫ ਨਹੀਂ, ਹੋਰ ਬੁਰਾਈ ਕੀ ਤਰਫ ਜਾਂਦਾ ਹੈ ਤਾਂ ਖੁਦਾ ਉਸ ਨੂੰ ਤਬਾਹ ਕਰ ਲੈਂਦਾ ਹੈ। ਸਮੇਂ ਵਿੱਚ ਇਸ ਤਰ੍ਹਾਂ ਦੀ ਤਬਾਹੀ ਹੁੰਦੇ ਰਹਿੰਦਾ ਹੈ, ਵਿਸ਼ੇਸ਼ ਤੌਰ 'ਤੇ ਜਦੋਂ ਦੁਨੀਆ ਦੇ ਵਿੱਚ ਬੁਰਾਈ ਬਹੁਤ ਜ਼ਿਆਦਾ ਹੋ ਜਾਂਦਾ ਹੈ। ਅਤੇ ਬੁਰੇ ਇਨਸਾਨ ਜਦ ਅਧਿਕਾਰ ਦੇ ਵਿੱਚ ਆਉਂਦਾ ਹੈ, ਉਹ ਬਹੁਤ ਬੁਰਾਈ ਕਰਦਾ ਹੈ ਅਤੇ ਫਿਰ ਇਸੇ ਕਰਕੇ ਹੁੰਦਾ ਹੈ ਲੜਾਈ, ਮਹਾਯੁੱਧ, ਅਤੇ ਇਸ ਦੇ ਵਿੱਚ ਕਿਤਨੇ ਲੋਕ ਮਾਰੇ ਜਾਂਦੇ ਨੇ। ਅਤੇ ਕਾਰਨ ਇਹ ਕੀ ਕਹਿੰਦਾ ਹੈ ਕਿ ਜਦੋਂ ਬੁਰਾਈ ਭਰ ਜਾਂਦਾ ਹੈ ਅਤੇ ਇਸ ਸੰਸਾਰ ਦੇ ਵਿੱਚ ਬੁਰਾਈ ਨਹੀਂ ਹੈ ਤਾਂ ਫਿਰ ਇਨਸਾਨ ਨੂੰ ਜਿੰਦਾ ਰਹਿਣਾ ਕੋਈ ਲਾਭ ਨਹੀਂ ਹੈ, ਕਿਉਂਕਿ ਉਹ ਖੁਦਾ ਦੀ ਮਹਿਮਾ ਦੇ ਲਈ ਨਹੀਂ, ਸ਼ੈਤਾਨ ਦੇ ਕਾਬੂ ਵਿੱਚ ਆ ਕੇ ਆਪਣੇ ਅਤੇ ਦੂਸਰੋਂ ਦਾ ਨਾਸ਼ ਕਰਦਾ ਹੈ। ਇਸੇ ਕਰਕੇ ਜਿਨ੍ਹਾਂ ਦੇ ਵਿੱਚ ਬੁਰਾਈ ਜ਼ਿਆਦਾ ਭਰੇਗਾ, ਉਹ ਖੁਦ ਆਪਣੇ ਆਪ ਨੂੰ ਖਤਮ ਕਰਨ ਲਈ ਸੋਚੇਗਾ ਅਤੇ ਉਸ ਤੋਂ ਪਹਿਲਾਂ ਜਿੰਨੇ ਲੋਕਾਂ ਨੂੰ ਮਾਰ ਸਕਦਾ ਹੈ ਉਹਨਾਂ ਸਭ ਨੂੰ ਮਾਰਨੇ ਦੀ ਵੀ ਸੋਚ ਕਰਦਾ ਹੈ। ਬਹੁਤ ਸਾਰੇ ਉਦਾਹਰਣ ਹੈ ਸਾਡੇ ਸਮਾਜ ਵਿੱਚ, ਕਿਸ ਤਰੀਕੇ ਪਰਿਵਾਰ ਦੇ ਮੁਖੀ ਸਾਰਿਆਂ ਨੂੰ ਖਤਮ ਕਰਕੇ ਆਪਣੇ ਆਪ ਨੂੰ ਵੀ ਖਤਮ ਕਰਦਾ ਹੈ। ਸੋਚੇਗਾ ਇਹ ਕਿਸ ਤਰ੍ਹਾਂ ਹੋਇਆ? ਇਸ ਨੂੰ ਕਹਿੰਦਾ ਹੈ ਮੋਰਲ ਈਵਲ, ਜੋ ਸਰੀਰਿਕ ਜੋ ਬੁਰਾਈ ਹੈ। ਇਸੇ ਤਰ੍ਹਾਂ ਜੋ ਆਤਮਿਕ ਤੌਰ 'ਤੇ ਜੋ ਬੁਰਾ ਬਣ ਜਾਂਦਾ ਹੈ, ਉਹ ਫਿਰ ਭਲਾਈ ਸੋਚ ਹੀ ਨਹੀਂ ਸਕਦਾ ਹੈ, ਬੁਰਾਈ ਕਰਦਾ ਹੈ। ਤਾਂ ਇਸੇ ਕਰਕੇ ਇਹ ਬੁਰਾਈ ਦਾ ਉਤਪੰਨ ਹੋਇਆ ਹੈ ਸ਼ੈਤਾਨ ਤੋਂ, ਜੋ ਇਨਸਾਨ ਨੂੰ ਕਾਬੂ ਕਰਕੇ ਉਹਨੂੰ ਬੁਰਾਈ ਦੇ ਵਿੱਚ ਕੱਸਦੇ ਰਹਿੰਦਾ ਹੈ। ਅਤੇ ਜਦ ਜ਼ਿਆਦਾ ਬੁਰਾ ਹੋ ਜਾਏਗਾ, ਉਹ ਫਿਰ ਦੂਸਰੋਂ ਦਾ ਬੁਰਾਈ ਕਰਨਾ ਸ਼ੁਰੂ ਕਰਦਾ ਹੈ। ਇਸੇ ਕਰਕੇ ਹੀ ਬੁਰੇ ਹਾਲਤ ਵਿੱਚ ਆ ਕੇ ਇੱਕ ਦੂਸਰੇ ਦੇ ਨਾਲ ਲੜਾਈ, ਪਰਿਵਾਰ ਵਿੱਚ ਹੈ ਤਾਂ ਪਰਿਵਾਰ ਦੇ ਵਿੱਚ ਨੁਕਸਾਨ ਕਰੇਗਾ, ਸਮਾਜਿਕ ਅਧਿਕਾਰੀ ਹੈ ਤਾਂ ਸਮਾਜ ਦਾ ਨੁਕਸਾਨ ਕਰੇਗਾ, ਰਾਜ ਦੇ ਅਧਿਕਾਰੀ ਹੈ ਤਾਂ ਸਾਰਾ ਰਾਜ ਦਾ ਨੁਕਸਾਨ ਕਰੇਗਾ, ਜਾਂ ਦੂਸਰੇ ਦੇਸ਼ ਦੇ ਨਾਲ ਲੜਾਈ ਝਗੜਾ ਕਰੇਗਾ। ਜੋ ਯੁੱਧ ਹੈ ਇਸ ਦੇ ਬਾਰੇ ਧਮਕੀਆਂ ਇਸੇ ਕਰਕੇ ਦਿੰਦਾ ਹੈ ਕਿ ਇਨਸਾਨ ਇਸ ਤਰ੍ਹਾਂ ਬੁਰਾ ਹੋ ਗਿਆ ਹੈ ਕਿ ਸੋਚਦਾ ਹੈ ਕਿ ਮੈਂ ਆਨਵ ਅਤੇ ਮਹੌਰ ਘੋਰ ਯੁੱਧ ਦੇ ਰਾਹੀਂ ਬਹੁਤ ਸਾਰੇ ਦੁਨੀਆ ਦਾ ਨਾਸ਼ ਕਰਵਾਵਾਂਗੇ। ਇਸੇ ਤਰ੍ਹਾਂ ਸੋਚਦਾ, ਕਿਉਂਕਿ ਭਲਾ ਹੈ ਨਹੀਂ, ਭਲਾਈ ਹੈ ਨਹੀਂ ਹੈ, ਬੁਰਾਈ ਖਾ ਲਿਆ ਹੈ ਉਹਨੂੰ। ਇਸੇ ਤਰ੍ਹਾਂ ਦਾ ਬੁਰਾਈ ਦੇ ਹਾਲਤ ਵਿੱਚ ਵੀ ਖੁਦਾ ਸਰਵ ਸ਼ਕਤੀਮਾਨ ਹੋਣ ਦੇ ਕਾਰਨ ਉਸ ਬੁਰਾਈ ਵਿੱਚੋਂ ਵੀ ਭਲਾਈ ਨਿਕਾਲਣ ਵਾਲਾ ਹੈ। ਪਵਿੱਤਰ ਵਚਨ ਸਾਨੂੰ ਕਹਿੰਦਾ ਹੈ ਕਿ ਖੁਦਾ ਬੁਰਾਈ ਵਿੱਚੋਂ ਵੀ ਭਲਾਈ ਨਿਕਾਲਣ ਵਾਲਾ ਹੈ। ਅਤੇ ਜੇਕਰ ਆਦਮ ਅਤੇ ਹਵਾ ਨੇ ਬੁਰਾਈ ਕੀਤਾ ਹੈ, ਉਹਦੇ ਵਿੱਚੋਂ ਖੁਦਾ ਭਲਾਈ ਨਿਕਾਲੇਗਾ ਆਉਣ ਵਾਲੇ ਲੋਕਾਂ ਨੂੰ ਬਚਾਉਣ ਦੇ ਲਈ। ਇਸੇ ਕਰਕੇ ਈਸਟਰ ਦੇ ਤਿਉਹਾਰ ਦੇ ਵੇਲੇ ਅਸੀਂ ਕਹੇਗਾ ਉਹ ਭਲਾ ਪਾਪ ਜੋ ਆਦਮ ਅਤੇ ਹਵਾ ਨੇ ਕੀਤਾ, ਜਿਹਦੇ ਕਾਰਨ ਸਾਨੂੰ ਮੁਕਤੀਦਾਤਾ ਮਿਲਿਆ ਹੈ, ਨਹੀਂ ਹੈ ਤਾਂ ਸਾਨੂੰ ਮੁਕਤੀਦਾਤਾ ਮਿਲਣਾ ਨਹੀਂ ਸੀ। ਖੁਦਾ ਆਤਮੀ ਬਣ ਕੇ ਸੰਸਾਰ ਵਿੱਚ ਇਸ ਲਈ ਆਇਆ ਕਿਉਂਕਿ ਇਹ ਬੁਰਾਈ ਹੋ ਗਿਆ ਹੈ, ਨਹੀਂ ਹੈ ਤਾਂ ਖੁਦਾ ਆਦਮੀ ਨਹੀਂ ਬਣਦਾ ਸੀ, ਇਨਸਾਨ ਨਹੀਂ ਬਣਦਾ ਸੀ। ਅਤੇ ਇਨਸਾਨ ਦੇ ਵਿੱਚ ਆ ਕੇ ਬਹੁਤ ਬੁਰਾ ਹੋ ਗਿਆ, ਸਭ ਤੋਂ ਜ਼ਿਆਦਾ ਬੁਰਾ ਹੋ ਗਿਆ ਪ੍ਰਭੂ ਯੀਸ਼ੂ ਕੇ ਸਾਥ। ਉਸ ਨੂੰ ਕੋੜੇ ਮਾਰ ਕੇ, ਕੰਡੀਆਂ ਦੇ ਤਾਜ ਪਹਿਨਾ ਕੇ, ਸੂਲੀ ਉੱਤੇ ਕਿੱਲਾਂ ਦੇ ਨਾਲ ਲਟਕਾ ਕੇ ਉਹਨੂੰ ਮਾਰਾ ਅਤੇ ਉਹਦੇ ਪਸਲੀ ਵਿੱਚੋਂ ਨੇਜੇ ਦੇ ਨਾਲ ਉਸਦੇ ਦਿਲ ਨੂੰ ਤੋੜ ਦਿੱਤਾ। ਇਹ ਸਭ ਹੋਣ ਦੇ ਬਾਵਜੂਦ ਇਤਨਾ ਬੁਰਾ ਹੋ ਗਿਆ, ਉਸ ਬੁਰਾਈ ਦੇ ਵਿੱਚੋਂ ਖੁਦਾ ਨੇ ਭਲਾਈ ਕੀਤਾ। ਕੀ ਭਲਾਈ ਕੀਤਾ?
ਉਸ ਦੀ ਜੋ ਕੁਰਬਾਨੀ ਹੈ ਉਸ ਦੇ ਰਾਹੀਂ ਸਾਰੇ ਲੋਕਾਂ ਨੂੰ ਮੇਲ ਕਰਨ ਦੇ ਲਈ, ਬਚਾਉਣ ਦੇ ਲਈ ਖੁਦਾ ਨੇ ਉਸੇ ਚੀਜ਼ ਨੂੰ ਇਸਤੇਮਾਲ ਕੀਤਾ ਹੈ। ਜਿਹਦੇ ਪਾਪ ਦੇ ਰਾਹੀਂ ਸੰਸਾਰ ਦੇ ਵਿੱਚ ਬੁਰਾਈ ਆ ਗਿਆ, ਉਸੀ ਜ਼ਰੀਏ ਜਿਸ ਤਰ੍ਹਾਂ ਦਰਖਤ ਹੈ, ਆਦਮੀ ਹੈ, ਔਰਤ ਹੈ, ਇਸੇ ਤਰ੍ਹਾਂ ਹੀ ਪਾਕ ਸਲੀਬ ਦਾ ਦਰਖਤ ਜਿਸ ਤੇ ਟੰਗਿਆ ਪ੍ਰਭੂ ਯੀਸ਼ੂ, ਉਹਦੇ ਥੱਲੇ ਖੜੀ ਮਰੀਅਮ, ਇਹ ਏਦਨ ਬਾਗ ਦੇ ਵਿੱਚ ਜੋ ਹੋਇਆ ਹੈ ਉਸ ਦੀ ਪ੍ਰਤੀਕ ਦੀ ਤਰ੍ਹਾਂ ਇਸ ਤਰ੍ਹਾਂ ਹੁੰਦਾ ਹੈ। ਉਹ ਪ੍ਰਤੀਕ ਬਣ ਗਿਆ ਅੱਗੇ ਜਾ ਕੇ ਜੋ ਮੁਕਤੀ ਦਾ ਜੋ ਚਿੰਨ੍ਹ ਹੈ। तो इसी करके खुदा सब ਦੇ ਉੱਪਰ ਹੈ। ਇਨਸਾਨ ਬੁਰਾਈ ਹੀ ਕਰਦੇ ਰਹੇਗਾ ਤਾਂ ਵੀ ਪ੍ਰਭੂ ਉਹਨਾਂ ਦੇ ਵਿੱਚੋਂ ਉਹਨੂੰ ਬਚਾ ਸਕਦਾ ਹੈ, ਪਰ ਉਹਨਾਂ ਨੂੰ ਬਚਾਉਂਦਾ ਹੈ ਜੋ ਬਚਣਾ ਚਾਹੁੰਦਾ ਹੈ। ਜੋ ਬਚਣਾ ਨਹੀਂ ਚਾਹੇਗਾ ਉਹਨਾਂ ਨੂੰ खुदा बचा नहीं सकता है। कारण की है? यही कारण है कि इंसान ਦੀ ਮਰਜ਼ੀ ਤੋਂ ਬਗੈਰ खुदा इंसान ਨੂੰ ਬਚਾ ਨਹੀਂ ਸਕਦਾ। ਆਜ਼ਾਦ ਮਰਜ਼ੀ ਦਿੱਤਾ ਹੈ। ਜਿਸ ਤਰ੍ਹਾਂ खुदा ਆਜ਼ਾਦ ਹੈ, ਆਪਣੇ ਆਪ ਦੇ ਵਿੱਚ ਆਜ਼ਾਦੀ ਵਿੱਚ ਰਹਿੰਦਾ, ਇਸੇ ਤਰ੍ਹਾਂ खुदा ਨੇ ਆਪਣੇ ਸਰੂਪ ਦਿਖਾਉਣ ਦੇ ਲਈ ਸਾਨੂੰ ਵੀ ਉਹ ਆਜ਼ਾਦੀ ਦਿੱਤਾ ਹੈ। ਇਸੇ ਕਰਕੇ ਆਪਣੇ ਆਜ਼ਾਦ ਮਰਜ਼ੀ ਦੇ ਨਾਲ खुदा ਨੂੰ ਪੁਕਾਰਨਾ, ਮਸੀਹ ਨੂੰ ਮੰਨਣਾ, ਮੁਕਤੀਦਾਤਾ ਨੂੰ ਅਪਣਾਉਣਾ। ਸੰਤ ਪੌਲਸ ਸਾਨੂੰ ਇਸੇ ਕਰਕੇ ਕਹੇਗਾ ਆਪਣੇ ਮਨ ਵਿੱਚ ਵਿਸ਼ਵਾਸ ਕਰੇ ਅਤੇ ਜ਼ੁਬਾਨ ਦੇ ਰਾਹੀਂ ਐਲਾਨ ਕਰੇ ਕਿ ਯੀਸ਼ੂ ਮਸੀਹਾ ਹੈ ਤਾਂ ਤੁਸੀਂ ਬਚ ਜਾਓਗੇ। ਇਹ ਮਤਲਬ ਸਾਡੇ ਅੰਦਰੋਂ। ਇਸ ਕਰਕੇ ਜ਼ਬਰਦਸਤੀ ਕਿਸੇ ਨੂੰ ਈਸਾਈ ਨਹੀਂ ਬਣਾ ਸਕਦਾ ਹੈ। ਜੇਕਰ ਜ਼ਬਰਦਸਤੀ ਕਿਸੇ ਨੂੰ ਈਸਾਈ ਬਣੇਗਾ ਤਾਂ ਬਣੇਗਾ ਨਹੀਂ, ਕਿਉਂਕਿ ਉਸ ਦੀ ਮਰਜ਼ੀ ਤੋਂ ਬਗੈਰ, ਆਪਣੀ ਮਰਜ਼ੀ ਤੋਂ ਬਗੈਰ ਕੋਈ ਵੀ ਬਚ ਨਹੀਂ ਸਕਦਾ ਹੈ ਆਪਣੇ। ਇसी करके पर ये सच्चाई असी ये समझना है, खुदा ने इंसान को अपने लिए बनाया है, तो ये जो कितना जो खतरनाक चीज़ है ये दुनिया दे विच होया है, पर ये विचों भी खुदा भला है, इसी करके वो भलाई निकालना जानता है। तो असी इस करके ये समझना है कि जो ये संसार दे विच असी बुराई देखते हाँ, ਇਹਦੇ ਕਰਕੇ ਅਸੀਂ ਦੁਖੀ ਹੋਣਾ ਨਹੀਂ ਚਾਹੀਦਾ ਹੈ। ਦੁਖੀ ਇਸ ਲਈ ਹੋਣਾ ਹੈ ਕਿ ਬੁਰਾਈ ਵੱਧਦਾ ਹੈ ਤੇ ਖੁਦਾ ਦੀ ਨਿੰਦਾ ਹੁੰਦਾ ਹੈ, ਪਰ ਜੋ ਖੁਦਾ ਦੇ ਰਾਹ ਤੇ ਚੱਲਣ ਵਾਲੇ ਹੈ, ਜੋ ਆਨੰਦ ਜੀਵਨ ਪਾਣਾ ਚਾਹੁੰਦਾ ਹੈ, ਜਿਸ ਮਕਸਦ ਲਈ ਖੁਦਾ ਨੇ ਬਣਾਇਆ ਉਸ ਮਕਸਦ ਨੂੰ ਪੂਰਾ ਕਰਨਾ ਚਾਹੁੰਦਾ ਹੈ, वो खुदा की तरफ नज़र लगाना चाहिए है, प्रभु यीशु की तरफ नज़र लगाना चाहिए, क्योंकि उस दे राह ही सानू मुक्ति मिलता है। तो जे फरिश्ते भी अपने मर्जी दे नाल ही खुदा की तरफ जाएगा या खुदा तो दूर चलेगा। खुदा नू फरिश्ते एक बार वो जो फैसला बनाया है वो हमेशा दी फैसला है, वो बदले नाम बदलन वाली फैसला है, क्योंकि वो परफेक्ट है, पूर्ण है। इसी तरह खुदा ने बनाया, पर साड़ी हालत इस तरह नहीं है। असी अपूर्ण हाँ, शरीर ਅਤੇ ਆਤਮਾ ਹੈ। तो इसी करके असी जो फैसला लेंदा है, कुछ समय के लिए असी देखेगा कि कोई बड़े भक्ति के नाल खुदा दे मगर चलता है, पर कुछ देर बाद देखेगा कि उसने अपना मन बदल दिया, बुराई की तरफ ध्यान लगा दिया, बुरे संगत बुरी खुशियां दे मगर लग गया, तो जो भलाई की तरफ जाता सी हुण बुराई की तरफ चलता है, खनेरे दे वासी हो जाता है। असी ये वेखते हाँ। तो क्यों? क्योंकि कुछ देर वो अपने मन बनाया सी, फिर मन बदल गया है। इसी तरह खुदा ये भी कहेगा, जेड़े इंसान बुराई के रास्ते चलता है, आखिरला मोमेंट भी, आखिरला समय विच भी जेकर वो मन बदलता है, पछताउंदा है, खुदा नू पुकारदा है, खुदा उन्हों बचावेगा। ये खुदा को सकती है। पर जो भला है, सारे जिंदगी भलाई करके आखिर विच वो खुदा नू तिरस्कार करके बुराई अपनाएगा, खुदा उन्हों बचा नहीं सकता है। ये गल असी समझना चाहिए। इसका मतलब ये है कि सानू हर रोज़ अपने मन बनाना चाहिए है, खुदा दे पिछे चलन का, खुदा दी फसल प्राप्त करन दा ये मन बनाना चाहिए। ये मन बना के जेकर असी रोज़ चलते रहेगा, खुदा दी रोशनी हर रोज़ सानू आउंदा रहेगा। ये भी असी समझना है कि खुदा बुराई विचों भी भलाई निकाल सकता है। तो विशेष तौर पर ये खुदा ने साढ़े सामने जो पेश करता ये है, जेड़े बुराई प्रभु यीशु दे नाल होया है, प्रभु यीशु ने वायदा किया है, जो बुराई मेरे नाल कीता है वो मेरे चेलियां दे नाल भी होवेगा। इसी करके विश्वास दे कारण विश्वासियां नूं सताया जाता है, उन्हां दे उत्ते अत्याचार किया जाता है,
ਪਰ ਉਹ ਅਤਿਆਚਾਰ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਉਹ ਮਸੀਹ ਹੈ। ਮਸੀਹ ਨੇ ਜਿਸ ਤਰ੍ਹਾਂ ਜੀਵਨ ਕੁਰਬਾਨ ਕੀਤਾ, ਇਸੇ ਤਰ੍ਹਾਂ ਹਰ ਮਸੀਹੀ ਆਪਣੇ ਜੀਵਨ ਯੀਸ਼ੂ ਮਸੀਹ ਦੇ ਨਾਲ ਕੁਰਬਾਨ ਕਰਨ ਦੇ ਲਈ ਤਿਆਰ ਹੋਣਾ। तो इसी तरह कुर्बान होएगा तो फ़ायदा की है? फ़ायदा यही है कि तुसी अपने भरावां नूं बचा सकता है। यीशु मसीह दे नाल जोड़ के तुसी अपने भरावां नूं बचाओगे। तो तुहाड़ी जो जीवन है मसीह दे नाल एक कुर्बानी की तरह तुसी जेकर भेंट चढ़ाएगा, तुहाड़े राही भी खुदा बहुत सारे लोगों नूं बचा। इसी करके शहीद बनन तो विश्वासी लोग डरदा नहीं। मसीह लोग शहीद होना गर्व समझा, क्योंकि ਉਹਦੇ ਰਾਹੀਂ ਉਹ ਮਸੀਹ ਦੇ ਕੁਰਬਾਨੀ ਦੇ ਨਾਲ ਜੁੜ ਕੇ ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਨੂੰ ਬਚਾਉਣ ਦੀ ਕੁਫਾਰ ਦੇ ਕੰਮ ਆਪਣੀ ਜ਼ਿੰਦਗੀ ਉਸ ਨੂੰ ਦੇ ਦਿੰਦਾ ਹੈ। तो ਇਹ ਸਾਡੇ ਲਈ ਲਾਭ ਹੈ, ਕਿਉਂਕਿ ਉਸ ਦੇ ਰਾਹੀਂ ਖੁਦਾ ਦੀ ਮਹਿਮਾ ਵਿੱਚ ਅਸੀਂ ਪ੍ਰਵੇਸ਼ ਹੋਏਗਾ। ਤੇ ਅਸੀਂ ਇਸੇ ਕਰਕੇ ਅੱਜ ਵਿਸ਼ੇਸ਼ ਤੌਰ ਤੇ ਖੁਦਾ ਦੀ ਮਦਦ ਮੰਗੀਏ ਕਿ ਇਹ ਦੁਨੀਆ ਵਿੱਚ ਜੋ ਸਰੀਰਕ ਬੁਰਾਈ ਹੈ, शारीरिक ਜਦੋਂ ਸਾਡੇ ਸਰੀਰ ਕਮਜ਼ੋਰ ਹੋ ਕੇ ਬੁਰਾਈ ਦੇ ਵਿੱਚ ਮਿੱਟੀ ਵਿੱਚ ਫਿਰ ਮਿਲ ਜਾਂਦਾ ਹੈ, ਸਾਡੀ ਆਤਮਾ ਮਜ਼ਬੂਤ ਹੋ ਕੇ ਤੰਦਰੁਸਤੀ ਨਾਲ ਖੁਦਾ ਦੀ ਮਹਿਮਾ ਦੇ ਦਰਸ਼ਨ ਕਰਨ ਦੇ ਲਈ ਹੋਰ ਉਤੇਜਿਤ ਹੋ ਜਾਂਦਾ ਹੈ। ਤੇ ਇਸੇ ਕਰਕੇ ਸਰੀਰ ਅਤੇ ਸਰੀਰਕ ਚੀਜ਼ਾਂ ਨਾਸ਼ ਹੋਣ ਵਾਲੀ ਚੀਜ਼ਾਂ ਵੱਲ ਨਹੀਂ, ਅਵਿਨਾਸ਼ੀ ਖੁਦਾ ਅਤੇ ਖੁਦਾ ਤੋਂ ਮਿਲਣ ਵਾਲੀ ਜੋ ਆਤਮਿਕ ਜੀਵਨ ਹੈ ਉਸ ਵੱਲ ਅਸੀਂ ਆਪਣੇ ਜੀਵਨ ਨੂੰ ਲੈ ਚੱਲਣਾ ਹੈ, ਆਤਮਾ ਨੂੰ ਲੈ ਚੱਲਣਾ ਹੈ। ਸਾਡੇ ਸਰੀਰ ਨੂੰ ਵੀ ਜਦੋਂ ਅਸੀਂ ਪਵਿੱਤਰਤਾ ਦੇ ਰਾਸਤੇ 'ਤੇ ਲੈ ਚਲੇਗਾ, ਖੁਦਾ ਉਸ ਨੂੰ ਸ਼ੁੱਧ ਕਰੇਗਾ ਅਤੇ ਉਸ ਦੇ ਰਾਹੀਂ ਪੁਨਰ ਉਥਾਨ ਜੋ ਪ੍ਰਭੂ ਯੀਸ਼ੂ ਨੇ ਪ੍ਰਾਪਤ ਕੀਤਾ ਹੈ ਉਹਦੇ ਵਿੱਚ ਸਰੀਰ ਸਮੇਤ ਉਹ ਸਾਨੂੰ ਵੀ ਫਿਰ ਸ਼ਾਮਲ ਕਰਾਏਗਾ। ਇਸੇ ਕਰਕੇ ਕਲੀਸਿਆ ਵਿਸ਼ਵਾਸ ਕਰਦਾ ਹੈ ਪੁਨਰ ਉਥਾਨ ਉੱਤੇ ਕਿ ਮੁਰਦਿਆਂ ਵਿੱਚੋਂ ਇੱਕ ਦਿਨ ਅਸੀਂ ਜੀ ਉਠਾਂਗੇ। ਭਾਵੇਂ ਹੁਣ ਅਸੀਂ ਮਿੱਟੀ ਵਿੱਚ ਮਿਲ ਜਾਂਦੇ ਹਾਂ ਮੌਤ ਤੋਂ ਬਾਅਦ, ਪਰ ਖੁਦਾ ਸਾਨੂੰ ਦੁਬਾਰਾ ਉਹ ਸਰੀਰ ਦੇਵੇਗਾ ਜੋ ਕਮਜ਼ੋਰੀਆਂ ਤੋਂ ਦੂਰ ਹੈ, ਜੋ ਪੂਰਨ ਹੈ, ਇੱਕ ਆਤਮਿਕ ਸਰੀਰ ਉਹ ਸਾਨੂੰ ਦੇਵੇਗਾ। ਜੋ ਸਰੀਰਿਕ ਤੌਰ 'ਤੇ ਪਾਪ ਦੇ ਗੁਲਾਮ ਨਹੀਂ ਸੀ, ਉਹਨਾਂ ਨੂੰ ਖੁਦਾ ਨੇ ਸਰੀਰ ਦੇ ਵਿੱਚ ਸੰਭਾਲ ਕੇ ਵੀ ਰੱਖਦਾ ਹੈ। ਜਿਸ ਤਰ੍ਹਾਂ ਮਾਂ ਮਰੀਮ ਨੂੰ ਸਰੀਰ ਸਮੇਤ ਸਵਰਗ ਵਿੱਚ ਲੈ ਕੇ ਗਏ। ਬਹੁਤ ਸਾਰੇ ਸੰਤ ਲੋਕ ਹੈ, ਜਿਸ ਤਰ੍ਹਾਂ ਸੰਤ ਫਰਾਂਸਿਸ ਜ਼ੇਵੀਅਰ, ਪਾਦਰੇ ਪੀਓ ਅਤੇ ਹੋਰ ਬੇਸੰਤ ਬਰਨਡੀਤਾ, ਜਿਨ੍ਹਾਂ ਦੇ ਸਰੀਰ ਉਸੇ ਤਰ੍ਹਾਂ ਰਹਿੰਦਾ, ਖਰਾਬ ਨਹੀਂ ਹੁੰਦਾ ਹੈ। ਜਿਉਂਦੇ ਜੀ ਉਹਨਾਂ ਦੀ ਬਿਮਾਰੀ ਦੇ ਨਾਲ ਉਹ ਬਹੁਤ ਪੀੜਾ ਛੱਲਿਆ ਸੀ, ਪਰ ਮੌਤ ਤੋਂ ਬਾਅਦ ਉਹਦਾ ਸਰੀਰ ਉਸੇ ਤਰ੍ਹਾਂ ਪ੍ਰਭੂ ਨੇ ਸੰਭਾਲ ਕੇ ਰੱਖਿਆ ਹੈ, ਕਿਉਂਕਿ ਪਵਿੱਤਰਤਾ ਹੈ, ਸਰੀਰ ਪਵਿੱਤਰ ਹੈ, ਖੁਦਾ ਦਾ ਮੰਦਰ ਹੈ। ਅਤੇ ਅਸੀਂ ਇਸ ਗੱਲ ਨੂੰ ਇਸ ਕਰਕੇ ਸਮਝਣਾ ਹੈ ਕਿ ਸਰੀਰਿਕ ਬੁਰਾਈ ਹੈ, ਆਤਮਿਕ ਬੁਰਾਈ ਹੈ। ਇਹਨਾਂ ਸਰੀਰਿਕ ਬੁਰਾਈ ਨੂੰ ਅਸੀਂ ਭਲਾਈ ਦੇ ਲਈ, ਆਤਮਿਕ ਭਲਾਈ ਦੇ ਲਈ ਬਦਲ ਸਕਦਾ ਹੈ, ਪਰ ਜੋ ਆਤਮਿਕ ਬੁਰਾਈ ਹੈ ਉਸ ਨੂੰ ਅਸੀਂ ਕਿਸੇ ਤਰੀਕੇ ਸੇ ਬਚਾ ਨਹੀਂ ਸਕਦਾ ਹੈ। ਇਸ ਕਰਕੇ ਸਰੀਰਿਕ ਬੁਰਾਈ ਹੈ, ਉਹਦੇ ਨਾਲ ਪੀੜਾ ਚੱਲਦਾ ਹੈ, ਤਾਂ ਮਸੀਹ ਦੇ ਨਾਲ ਜੋੜਨ ਦਾ ਸਾਨੂੰ ਮੌਕਾ ਹੈ, ਪਰ ਆਤਮਿਕ ਬੁਰਾਈ ਵਿੱਚ ਫਸਣਾ ਨਹੀਂ ਚਾਹੀਦਾ ਹੈ ਅਤੇ ਉਸ ਤੋਂ ਬਚ ਕੇ ਰਹਿਣਾ। ਪਵਿੱਤਰ ਆਤਮਾ ਦੀ ਮਦਦ ਨਾਲ ਅਸੀਂ ਆਪਣੇ ਰੂਹ ਨੂੰ ਖੁਦਾ ਕੀ ਮਹਿਮਾ ਕੀ ਤਰਫ ਲੈ ਕੇ ਜਾਣਾ ਚਾਹੀਦਾ। ਅਬ ਅਸੀਂ ਪ੍ਰਾਰਥਨਾ ਕਰੀਏ। ਅੱਜ ਜਿਹੜੇ ਵਿਚਾਰ ਅਸੀਂ ਕੀਤਾ ਹੈ ਉਹਦੇ ਰਾਹੀਂ ਪ੍ਰਭੂ ਦੇ ਅੱਗੇ ਅਸੀਂ ਆਪਣੀਆਂ ਲੋੜਾਂ ਨੂੰ, ਤੁਹਾਡੀਆਂ ਸਭ ਜ਼ਰੂਰਤਾਂ ਨੂੰ ਖੁਦਾ ਦੇ ਅੱਗੇ ਸੌਂਪ ਕੇ ਪ੍ਰਾਰਥਨਾ ਕਰਾਂਗੇ। ਪਿਆਰੇ ਪ੍ਰਭੂ ਜੀ, ਅਸੀਂ ਧੰਨਵਾਦ ਅਤੇ ਸ਼ੁਕਰ ਕਰਦੇ ਹਾਂ, ਤੇਰੀ ਆਰਾਧਨਾ, ਤੇਰੀ ਵਡਿਆਈ ਮਹਿਮਾ ਕਰਦੇ ਹਾਂ। ਪਿਆਰੇ ਪ੍ਰਭੂ, ਤੂੰ ਸਾਨੂੰ ਸੰਭਾਲਦਾ ਹੈ। ਇਸ ਸੰਸਾਰ ਦੇ ਵਿੱਚ ਤੂੰ ਸਾਨੂੰ ਭਲੇ ਹੋਣ ਲਈ ਬਣਾਇਆ ਹੈ। ਇਸੇ ਦੇ ਰਾਹੀਂ ਸਵਰਗੀ ਜੀਵਨ ਪ੍ਰਾਪਤ ਕਰਨ ਲਈ ਤੂੰ ਸਾਨੂੰ ਬਣਾਇਆ ਹੈ ਅਤੇ ਸੰਭਾਲਦਾ ਹੈ। ਪਰ ਇਸ ਸੰਸਾਰ ਦੇ ਵਿੱਚ ਜਿਵੇਂ ਹੀ ਅਸੀਂ ਸਾਹਮਣਾ ਕਰਦੇ ਹਾਂ ਸਰੀਰਿਕ ਬੁਰਾਈ ਅਤੇ ਆਤਮਿਕ ਬੁਰਾਈ, ਬੁਰੇ ਲੋਕ, ਬੁਰੇ ਕੰਮਾਂ ਸਭ ਜਬ ਦੇਖਦਾ ਹੈ, ਕਈ ਵਾਰੀ ਸਾਡੇ ਮਨ ਭਟਕ ਜਾਂਦਾ ਹੈ। ਪ੍ਰਭੂ ਜੀ, ਤੂੰ ਸਾਨੂੰ ਸਮਝਾਉਂਦਾ ਹੈ ਕਿ ਸਰੀਰਿਕ ਬੁਰਾਈ ਵਿੱਚੋਂ ਵੀ ਭਲਾਈ ਨਿਕਾਲ ਸਕਦਾ ਹੈ। ਯੀਸ਼ੂ ਮਸੀਹ ਦੀ ਤਰਫ ਮਰ ਕੇ ਜ਼ਿੰਦਾ ਹੋਣ ਦੇ ਲਈ ਇਹ ਸਾਧਨ ਬਣ ਸਕਦਾ ਹੈ। ਬਹੁਤਿਆਂ ਨੂੰ ਬਚਾਉਣ ਦੇ ਲਈ ਉਹ ਸਾਧਨ ਹੋ ਸਕਦਾ ਹੈ। ਉਸੀ ਦੇ ਲਈ ਸਾਡੇ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਦੁੱਖ ਤਕਲੀਫਾਂ ਨੂੰ ਸਮਰਪਣ ਕਰਨ ਦੀ ਫਜ਼ਲ ਸਾਨੂੰ ਦੇ, ਅਤੇ ਪ੍ਰਭੂ ਜੀ ਆਪਣੀ ਸ਼ਕਤੀ ਦੇ ਨਾਲ, ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਸਾਡੇ ਦਿਲ ਨੂੰ ਹੋਰ ਉਤੇਜਿਤ ਕਰ, ਤਾਂ ਕਿ ਅਸੀਂ ਸਵਰਗ ਦੀਆਂ ਗੱਲਾਂ ਵੱਲ ਨਜ਼ਰ ਲਗਾਈਏ ਅਤੇ ਸਵਰਗੀ ਮਹਿਮਾ ਪ੍ਰਾਪਤ ਕਰਨ ਦੇ ਲਈ ਸਾਡੇ ਅਤੇ ਸਾਡੇ ਭੈਣ ਭਰਾਵਾਂ, ਰਿਸ਼ਤੇਦਾਰਾਂ ਅਤੇ ਸਾਡੇ ਆਂਢ ਗੁਆਂਢ ਰਹਿਣ ਵਾਲੇ ਸਭ ਲੋਕਾਂ ਨੂੰ ਪ੍ਰਭੂ ਦੀ ਆਸ਼ੀਸ਼ ਮਿਲਣ ਦੇ ਲਈ ਕਾਰਨ ਬਣ ਜਾਵੇ। ਪ੍ਰਭੂ ਜੀ, ਅੱਜ ਤੇਰੇ ਅੱਗੇ ਪ੍ਰਾਰਥਨਾ ਕਰਨ ਵਾਲੇ ਸਭ ਲੋਕਾਂ ਦੇ ਉੱਤੇ ਦਇਆ ਕਰ।
ਜੋ ਵੀ ਬਿਮਾਰੀ ਹੈ ਪ੍ਰਭੂ ਜੀ ਚੰਗਾ ਕਰ ਦੇ। ਤੇਰੇ ਤੇ ਵਿਸ਼ਵਾਸ ਕਰਨ ਦੀ ਫਜ਼ਲ ਪ੍ਰਦਾਨ ਕਰ। ਬੁਰਾਈ ਤੋਂ ਬਚੇ ਰਹਿਣ ਦੇ ਲਈ ਕਿਰਪਾ ਪ੍ਰਦਾਨ ਕਰ। ਜੋ ਸ਼ਾਰੀਰਿਕ ਤੌਰ ਤੇ ਦੁੱਖ ਦੰਡ ਦਰਦ ਹੈ ਪ੍ਰਭੂ ਯੀਸ਼ੂ ਦੇ ਦੁੱਖ ਦੇ ਨਾਲ ਜੋੜ ਕੇ ਖੁਦਾ ਬਾਪ ਦੇ ਕੇ ਸਮਰਪਣ ਕਰਨ ਦੀ ਫਜ਼ਲ ਪ੍ਰਦਾਨ। ਇਸੇ ਤਰ੍ਹਾਂ ਪਿਆਰੇ ਖੁਦਾ ਤੇਰੀ ਮਹਿਮਾ ਦੇ ਲਈ ਜੀਵਨ ਦੇ ਲਈ ਤੇਰੀ ਮਹਿਮਾ ਦੇ ਦਰਸ਼ਨ ਕਰਨ ਦੀ ਕਿਰਪਾ ਪ੍ਰਦਾਨ ਕਰ। ਪੂਰੀ ਕੁਦਰਤ ਵਾਲੇ ਖੁਦਾ ਬਾਪ ਅਤੇ ਬੇਟੇ ਤੇ ਰੂਹ ਪਾਕ ਤੇ ਆਸ਼ੀਸ਼ ਤੁਹਾਡੇ ਤੇ ਹੋਵੇ ਤੇ ਤੁਹਾਡੇ ਨਾਲ ਰਹੇ। ਆਮੀਨ। ਜੈ ਯੀਸ਼ੂ ਕੀ